Friends, now let us continue with what we were doing in our previous lecture. So we were on page number 57, first paragraph. So what we had discussed was, uh, first of all, whom the writer is addressing. So as we discussed earlier also, this is a radio talk, and he is addressing two kinds of people here. First of all, broadly he is talking to the learners of English language, and they are of two types according to him. First are the foreign learners of English language, and secondly the natives of England, but who are not very confident about their proficiency in this language. ਸੋ ਕਿਹੜੇ ਕਿਹੜੇ ਦੋ ਲਰਨਰਸ ਹੈ? ਇੱਕ ਤਾਂ ਜਿਹੜੇ ਕਿ ਸਾਡੇ ਵਰਗੇ ਜਿਹੜੇ ਕਿ ਫੋਰਨ ਲਰਨਰਸ ਹੈਗੇ ਹੈ, ਫॉर ਮਤਲਬ ਦੇ ਆਰ ਨਾਟ ਨੇਟਿਵਸ ਆਫ ਇੰਗਲੈਂਡ ਐਂਡ ਦੇ ਵਾਂਟ ਟੂ ਲਰਨ ਇੰਗਲਿਸ਼, ਐਂਡ ਸੈਕੰਡਲੀ ਜਿਹੜੇ ਅੰਗਰੇਜ਼ ਹੈਗੇ ਇੰਗਲਿਸ਼ ਪੀਪਲ, ਬਟ ਦੇ ਥਿੰਕ ਦੈਟ ਦੇ ਆਰ ਨਾਟ ਵੈਰੀ ਗੁੱਡ ਐਟ ਇੰਗਲਿਸ਼। ਠੀਕ ਹੈ, ਸੋ ਹੁਣ ਦੋ ਤਰ੍ਹਾਂ ਦੇ ਲੋਕ ਹੈਗੇ। ਫਿਰ ਉਹ ਅੱਗੇ ਕੀ ਉਹਨੇ ਅਗਲੀ ਗੱਲ ਕੀ ਕੀਤੀ ਹੈ, ਦੈਟ if we want to learn correct English, that is not possible. Why? Because to learn correct English, we will need an ideal, we will need a model. ਕਿਉਂਕਿ ਹੁਣ ਮੈਂ ਤੁਹਾਨੂੰ ਕਹੂੰਗੀ ਕਿ ਤੁਸੀਂ ਕਰੈਕਟ ਇੰਗਲਿਸ਼ ਬੋਲੋ, ਤਾਂ ਤੁਸੀਂ ਮੈਨੂੰ ਕੀ ਕਹੋਗੇ ਕਿ ਸਾਨੂੰ ਕੋਈ ਬੰਦਾ ਸਾਡੇ ਸਾਹਮਣੇ ਬੋਲ ਕੇ ਦਿਖਾਏ ਜਿਹਨੂੰ ਕਿ ਅਸੀਂ ਸੁਣ ਕੇ we will learn correct English. But according to him, that is not possible. Why? Because nobody can speak without an influence of his mother tongue. So every person's speech is affected by the area to which he belongs, his schooling. There are many things. So ਕੀ ਕਹਿੰਦਾ ਕਿ ਕਰੈਕਟ ਇੰਗਲਿਸ਼ ਇਸ ਕਰਕੇ ਪੋਸੀਬਲ ਨਹੀਂ ਹੈ ਕਿ ਅਸੀਂ ਜਿੰਨਾ ਮਰਜ਼ੀ ਕੋਸ਼ਿਸ਼ ਕਰੀਏ, ਸਾਡੀ ਜਿਹੜੀ ਬੋਲੀ ਹੈ, ਫੋਰ ਐਗਜ਼ਾਮਪਲ ਜਿੱਦਾਂ ਇੰਗਲਿਸ਼ ਹੀ ਹੈ, ਉਹਦੇ 'ਤੇ ਕਿੱਦਾਂ ਪ੍ਰਭਾਵ ਆ ਜਾਏਗਾ? ਫੋਰ ਐਗਜ਼ਾਮਪਲ ਸਾਡੇ ਕੇਸ ਦੇ ਵਿੱਚ ਕਿਹਦਾ ਆ ਜਾਊਗਾ? ਸਾਡੀ ਪੰਜਾਬੀ ਦਾ, ਪੰਜਾਬ ਦਾ, ਮਤਲਬ ਜਿੱਥੋਂ ਦੀ ਤੁਸੀਂ ਬਿਲੋਂਗ ਕਰਦੇ ਹੋ ਉਹਦਾ ਪ੍ਰਭਾਵ ਆ ਹੀ ਜਾਂਦਾ। ਸੋ ਜਿਹਦੇ ਕਰਕੇ ਕਿ ਲਹਿਜਾ ਕਹਿੰਦਾ ਕਿ ਕਿਸੇ ਦਾ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਇਹ ਕੀ ਹੈਗਾ, ਕਰੈਕਟ ਹੈਗਾ। ਨਹੀਂ, ਸੋ ਕੀ ਕਹਿੰਦਾ ਕਿ ਕਰੈਕਟ ਇੰਗਲਿਸ਼ ਤਾਂ ਤੁਸੀਂ ਸਿੱਖ ਨਹੀਂ ਸਕਦੇ, ਔਰ ਜੇ ਸਿੱਖਣ ਵੀ ਲੱਗੋਗੇ ਇਟ ਇਜ਼ ਨਾਟ ਪੋਸੀਬਲ, ਕਿਉਂਕਿ ਤੁਸੀਂ ਕੋਈ ਯੂ ਵਿਲ ਨਾਟ ਗੈਟ ਅ ਮਾਡਲ whom to copy. ਅਗਲੀ ਉਹ ਗੱਲ ਕੀ ਕਰ ਰਿਹਾ ਹੈਗਾ? ਅਗਲੀ ਉਹ ਗੱਲ ਕਹਿ ਰਿਹਾ ਕਿ ਕਰੈਕਟ ਇੰਗਲਿਸ਼ ਤਾਂ ਨਹੀਂ ਪੋਸੀਬਲ, what you can learn is good English or presentable English. Now what is the meaning of good English? Good English ਕਿਹੜੀ ਹੁੰਦੀ ਹੈ? ਜਿਹੜੀ ਕਿ when you speak it then people get impressed. It should tell the people, your way of speaking should tell the people that you are an educated person and you are a civilized person and you have a standing in society. ਮਤਲਬ ਕਹਿੰਦਾ ਕਿ ਜੇ ਇੱਦਾਂ ਦੀ ਤੁਸੀਂ ਭਾਸ਼ਾ ਸਿੱਖਣੀ ਚਾਹੁੰਦੇ ਹੋ, ਉਹ ਪੋਸੀਬਲ ਹੈਗੀ ਹੈ, that you can learn good English and you can learn presentable English. ਸੋ ਫਿਰ ਉਹ ਕਹਿੰਦਾ ਕਿ ਹੁਣ ਤੁਸੀਂ ਅੱਗੇ ਦੇਖੋ ਇਹਨੂੰ। ਹੁਣ now let us come back. ਕਿਉਂ ਉਹ ਕੀ ਕਹਿੰਦਾ ਕਿ ਲਰਨਿੰਗ ਕਰੈਕਟ ਇੰਗਲਿਸ਼ ਇਜ਼ ਨਾਟ ਪੋਸੀਬਲ? ਵਾਈ? ਬਿਕੋਜ਼ ਯੂ ਵਿਲ ਨਾਟ ਫਾਈਂਡ ਅ ਮਾਡਲ, ਕਿ ਤੁਸੀਂ ਕਿਹਨੂੰ ਕਾਪੀ ਕਰਨਾ ਹੈ। ਫਿਰ ਉਹਨੇ ਅੱਗੇ ਕਿਹਦੀ ਗੱਲ ਕੀਤੀ ਸੀ? ਯੈਸ ਐਂਡ ਨੋ ਦੀ, ਕਿ ਯੈਸ ਅਤੇ ਨੋ ਕਿੰਨੇ ਸਿੰਪਲ ਵਰਡਸ ਹੈ, ਪਰ ਕੀ ਕਹਿੰਦਾ ਸੀ ਕਿ BBC ਨੇ ਜਿਹੜੀ ਕਮੇਟੀ ਬਣਾਈ ਸੀ ਉਹਦੇ ਵਿੱਚ ਵੀ ਉਹ ਸਾਰੇ ਕੀ ਬੋਲਦੇ ਸੀਗੇ? ਅਲੱਗ ਅਲੱਗ ਬੋਲਦੇ ਸੀਗੇ। ਸੋ ਉਹਨੂੰ ਯੈਸ ਅਤੇ ਨੋ ਦਾ ਉਚਾਰਨ ਹੀ ਉਹਨਾਂ ਦਾ ਸੇਮ ਨਹੀਂ ਸੀ। ਸੋ ਦੇਖੋ ਇਹਨੂੰ ਕਿ ਕਹਿੰਦਾ ਕਿ ਜਦੋਂ ਤੁਸੀਂ BBC ਨੇ ਜਿਹੜੀ ਕਮੇਟੀ ਬਣਾਈ ਸੀ ਆਪਣੇ ਵੱਲੋਂ, ਬਹੁਤ ਮਹਾਰਥੀਆਂ ਦੀ ਬਣਾਈ ਸੀ, ਬਹੁਤ ਮਾਹਿਰਾਂ ਦੀ ਬਣਾਈ ਸੀਗੀ। ਕਹਿੰਦਾ ਕਿ ਜਦੋਂ ਤੁਸੀਂ ਉਹਨਾਂ ਨੂੰ ਸੁਣੋਗੇ ਤਾਂ ਤੁਹਾਨੂੰ ਕੀ ਲੱਗੇਗਾ ਕਿ ਇਹ ਬੋਲਦੇ ਸਾਰੇ ਅਲੱਗ ਅਲੱਗ ਹੈ, ਉਹਨਾਂ 'ਚੋਂ ਵੀ ਸਿੰਪਲ ਵਰਡਸ 'ਤੇ ਵੀ ਉਹਨਾਂ ਦੀ ਇੱਕ ਰਾਏ ਨਹੀਂ ਹੈ, ਯੈਸ ਅਤੇ ਨੋ 'ਤੇ ਵੀ। ਪਰ ਉਹ ਕੀ ਕਹਿੰਦਾ ਕਿ ਤੁਸੀਂ ਫਿਰ ਸਪੋਜ਼ ਆਈ ਮੇਕ, ਹੁਣ ਤੁਸੀਂ ਆਪਣੀ ਆਪਾਂ ਐਗਜ਼ਾਮਪਲ ਦੇਖ ਲੈਂਦੇ। ਸਪੋਜ਼ ਆਈ ਟੈਲ ਯੂ ਟੂ
ਲਰਨ ਕਰੈਕਟ ਇੰਗਲਿਸ਼। ਫਿਰ ਤੁਸੀਂ ਮੈਨੂੰ ਕੀ ਕਹੋਗੇ ਵੀ ਮੈਡਮ ਕਿਹਦੀ ਨਕਲ ਕਰਕੇ ਬੋਲੀਏ, ਕਿਹਨੂੰ ਮਾਡਲ ਰੱਖੀਏ? ਫਿਰ ਮੈਂ ਤੁਹਾਨੂੰ ਕਹੂੰਗੀ ਕਿ 6 ਬੰਦੇ ਹੈ, ਸਪੋਜ਼ ਸਾਡੀ ਕਲਾਸ ਲੱਗੀ ਹੋਈ ਹੈ, ਮੈਂ ਤੁਹਾਡੇ ਸਾਹਮਣੇ 7-8 ਬੰਦੇ ਖੜੇ ਕਰ ਦਿੰਦੀ ਹਾਂ ਔਰ ਮੈਂ ਕੀ ਕਹਿੰਦੀ ਹਾਂ ਕਿ ਇਹ ਸਾਰੇ ਬਹੁਤ ਵਧੀਆ ਇੰਗਲਿਸ਼ ਬੋਲਦੇ ਆ, ਯੂ ਮਸਟ ਕਾਪੀ ਦੈਮ। ਫਿਰ ਉੱਥੇ ਕੀ ਪ੍ਰੋਬਲਮ ਆ ਜਾਏਗੀ ਕਿ ਜਦੋਂ ਉਹ 7-8 ਨਹੀਂ, ਉਹ ਕੀ ਕਹਿੰਦਾ GB ਸ਼ਾਹ ਵੀ ਉਹਨਾਂ ਨੇ ਆਪਣੀ ਤਰ੍ਹਾਂ ਨਾਲ ਗੱਲ ਕਰਨੀ ਹੈ। ਸੋ ਯੂ ਵਿਲ ਨਾਟ ਬੀ ਯੂ ਵਿਲ ਬੀ ਕਨਫਿਊਜ਼ਡ ਕਿ ਇਹਨਾਂ 'ਚੋਂ ਫਿਰ ਆਪਾਂ ਕਿਹਨੂੰ ਫੋਲੋ ਕਰੀਏ। ਠੀਕ। ਸੋ ਵਧੀਆ ਤਾਂ ਬੋਲਦੇ ਆ ਪਰ ਸਹੀ ਕੀ ਹੈ ਉਚਾਰਨ ਉਹ ਕਹਿੰਦਾ ਉਹ ਨਹੀਂ ਪਤਾ ਲੱਗਦਾ। ਦੇਖੋ ਇਹਨੂੰ ਹੁਣ ਯੂ ਵਿਲ ਸੇ, ਸੋ ਜੇ ਕਹਿੰਦਾ ਕਿ ਜਦੋਂ ਉਹ ਬੋਲਦੇ ਆ ਤਾਂ ਵਧੀਆ ਬੋਲਦੇ ਆ, ਫਿਰ ਯੂ ਵਿਲ ਸੇ ਵੈਲ ਦੈਟ ਇਜ਼ ਗੁੱਡ ਫॉर मी, ਦੈਟ ਇਜ਼ ਹਾਊ ਆਈ ਡਿਜ਼ਾਇਰ ਟੂ ਸਪੀਕ। ਸੋ ਕਹਿੰਦਾ ਕਿ ਸਪੋਜ਼ 7-8 ਬੰਦਿਆਂ ਨੂੰ ਖੜੇ ਕਰ ਦੇਵਾਂਗੇ, ਤੁਸੀਂ ਕੀ ਕਹੋਗੇ? ਵਧੀਆ ਬੋਲਦੇ ਆ, ਅਸੀਂ ਇਹਨਾਂ ਨੂੰ ਕਾਪੀ ਕਰ ਸਕਦੇ ਹਾਂ। ਪਰ ਪ੍ਰੋਬਲਮ ਕਿੱਥੇ ਖੜੀ ਹੋਏਗੀ? ਬਟ ਵਿਚ ਮੈਂਬਰ ਆਫ ਦ ਕਮੇਟੀ ਵਿਲ ਯੂ ਟੇਕ ਫॉर योर ਮੋਡਲ। ਪਰ ਉਹ ਕੀ ਕਹਿੰਦਾ ਕਿ ਉਹ ਜਿਹੜੇ 7-8 ਲੋਕ ਹੀ ਹੈ ਵਧੀਆ ਤਾਂ ਬੋਲਦੇ ਆ ਪਰ ਸਾਰਿਆਂ ਦਾ ਉਚਾਰਨ 'ਚ ਕੀ ਹੈਗਾ? ਫਰਕ ਹੈ। ਹੁਣ ਤੁਸੀਂ ਕਿਹਨੂੰ ਕਹੋਗੇ ਵੀ ਇਹਦਾ ਕਰੈਕਟ ਹੈ ਅਤੇ ਇਹਦਾ ਇਨਕਰੈਕਟ ਹੈ? ਇਹਦਾ ਮਤਲਬ ਕਿ ਕੋਈ ਕਰੈਕਟ ਮੋਡਲ ਹੈ ਹੀ ਨਹੀਂ ਹੈ, ਕੋਈ ਕਰੈਕਟ ਇੰਗਲਿਸ਼ ਹੈ ਹੀ ਨਹੀਂ ਹੈ। ਬਟ ਵਿਚ ਮੈਂਬਰ ਆਫ ਦ ਕਮੇਟੀ ਵਿਲ ਯੂ ਟੇਕ ਫॉर योर ਮੋਡਲ? ਦੇਅਰ ਆਰ ਆਇਰਿਸ਼ ਮੈਂਬਰਸ। ਸੋ ਕਹਿੰਦਾ ਉਸ ਕਮੇਟੀ ਦੇ ਵਿੱਚ ਜਿਹੜੀ BBC ਨੇ ਬਣਾਈ ਸੀ ਉਹਦੇ ਵਿੱਚ ਕੁਛ ਮੈਂਬਰਸ ਆਇਰਿਸ਼ ਹੈ। ਆਇਰਿਸ਼ ਸਿੰਪਲੀ ਮੀਨਸ ਜਿਹੜੇ ਕਿ ਆਇਰਲੈਂਡ ਨੂੰ ਬਿਲੋਂਗ ਕਰਦੇ ਹੈ, ਜਿੱਦਾਂ ਕਿ ਰਾਈਟਰ ਹੈ। ਦੇਅਰ ਆਰ ਸਕੌਟਿਸ਼ ਮੈਂਬਰਸ, ਵੈਲਸ਼ ਮੈਂਬਰਸ, ਵੈਲਸ਼ ਕਿ ਜਿਹੜੀ ਜਗ੍ਹਾ ਹੈਗੀ ਵੇਲਜ਼ ਨੂੰ ਜਿਹੜੇ ਬਿਲੋਂਗ ਕਰਦੇ, WALES। ਆਕਸਫੋਰਡ ਯੂਨੀਵਰਸਿਟੀ ਮੈਂਬਰਸ, ਕੁਛ ਉਸ ਕਮੇਟੀ 'ਚ BBC ਨੇ ਕਿਹੜੇ ਪਾਏ ਸੀਗੇ? ਜਿਹੜੇ ਕਿ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਹੈ। ਅਮੈਰੀਕਨ ਜਾਂ ਜਿਹੜੇ ਉੱਥੇ ਪੜ੍ਹਾਉਂਦੇ ਹੈ, ਅਮੈਰੀਕਨ ਮੈਂਬਰਸ। ਕੁਛ BBC ਨੇ ਕਿਹੜੇ ਪਾਏ ਸੀ? ਜਿਹੜੇ ਕਿ ਅਮੈਰੀਕਾ ਨੂੰ ਬਿਲੋਂਗ ਕਰਦੇ ਹੈ। all recognizable as such by the differences in speech। ਔਰ ਕਹਿੰਦਾ ਕਿ ਉਹ ਸਭ ਦੀ ਸਪੀਚ ਜਿਹੜੀ ਹੈ ਉਹ ਅਲੱਗ-ਅਲੱਗ ਹੈ ਔਰ ਪਛਾਣੇ ਜਾਂਦੇ ਬਕਾਇਦਾ ਕਿ ਇਹ ਆਇਰਲੈਂਡ ਨੂੰ ਬਿਲੋਂਗ ਕਰਦਾ ਹੈ, ਇਹ ਸਕਾਟਲੈਂਡ ਨੂੰ ਬਿਲੋਂਗ ਕਰਦਾ, ਕਿਉਂਕਿ ਪ੍ਰਭਾਵ ਆ ਹੀ ਜਾਂਦਾ ਜਿਹੜੇ ਤੁਸੀਂ ਏਰੀਏ ਨੂੰ ਬਿਲੋਂਗ ਕਰਦੇ ਹੋ। They differ also according to the country in which they were born। Now as they all speak differently, it is nonsense to say that they all speak correctly। ਸੋ ਕੀ ਕਹਿੰਦਾ ਕਿ ਸਾਰੇ ਅਲੱਗ-ਅਲੱਗ ਬੋਲਦੇ ਆ, ਸੋ ਆਪਾਂ ਕਿੱਦਾਂ ਕਹਿ ਸਕਦੇ ਹਾਂ ਵੀ ਸਾਰੇ ਹੀ ਸਹੀ ਹੈ? ਹੁਣ ਸਪੋਜ਼ 4 ਜਣੇ ਤੁਹਾਡੇ ਸਾਹਮਣੇ ਖੜੇ ਆ, ਹੁਣ ਉਹ ਕਹਿੰਦੇ ਆ ਕਿ ਯੈਸ, ਕੋਈ ਯੈਸ ਅਲੱਗ ਤਰ੍ਹਾਂ ਬੋਲ ਰਿਹਾ, ਸੋ ਮੈਂ ਤੁਹਾਨੂੰ ਕਹੂੰਗੀ ਵੀ ਸਾਰੇ ਹੀ ਸਹੀ ਹੈ। ਨੈਚੁਰਲੀ ਤੁਸੀਂ ਕੀ ਕਹੋਗੇ ਕਿ 4 'ਚੋਂ ਸਾਰੇ ਤਾਂ ਨਹੀਂ ਹੋ ਸਕਦੇ, ਇੱਕ ਜਣਾ ਸਹੀ ਹੋ ਸਕਦਾ। ਸੋ ਇਹ ਪ੍ਰੂਵ ਕੀ ਕਰ ਰਿਹਾ ਕਿ ਕਰੈਕਟ ਇੰਗਲਿਸ਼ ਹੁੰਦੀ ਹੀ ਨਹੀਂ ਹੈ, ਕਿਉਂਕਿ ਪ੍ਰਭਾਵ ਆ ਜਾਂਦਾ ਹੈ। ਸੋ ਆਲ ਵੀ ਕੈਨ ਕਲੇਮ ਇਜ਼ ਦੈਟ ਆਲ ਸਪੀਕ ਪ੍ਰੈਜ਼ੈਂਟੇਬਲ। ਸੋ ਕਹਿੰਦਾ ਇਹ ਤਾਂ ਕਿਹਾ ਜਾ ਸਕਦਾ ਹੈ ਕਿ ਇਹ ਜਿਹੜੇ 7-8 ਜਣੇ ਖੜੇ ਹੈ ਇਹ ਸਾਰੇ ਵਧੀਆ ਅੰਗਰੇਜ਼ੀ ਬੋਲਦੇ, ਪਰ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਕਰੈਕਟ ਬੋਲਦੇ, ਕਿਉਂਕਿ ਕਰੈਕਟ ਤਾਂ ਆਫਟਰ ਆਲ ਕੀ ਹੁੰਦੀ ਹੈ? ਸਿਰਫ ਇੱਕ ਚੀਜ਼ ਹੁੰਦੀ ਹੈ। ਸੋ ਦੇਖੋ ਇਹਨੂੰ ਹੁਣ ਆਲ ਵੀ ਕੈਨ ਕਲੇਮ ਇਜ਼ ਦੈਟ ਦੇ ਆਲ ਸਪੀਕ ਪ੍ਰੈਜ਼ੈਂਟੇਬਲੀ and that if you speak as they do, you will be understood in any English speaking country and accepted as a person of good social standing। ਸੋ ਕਹਿੰਦਾ ਕਿ ਜਿਹੜੇ BBC ਨੇ ਵੀ ਬੰਦੇ ਪਾਏ ਸੀਗੇ ਉਸ ਕਮੇਟੀ 'ਚ, ਉਹ ਸਾਰੇ ਕਿੱਦਾਂ ਦੇ ਹੈਗੇ? ਜਿਹੜੇ ਕਿ ਵਧੀਆ ਬੋਲਦੇ ਹੈ ਅਤੇ ਜਿਹੜੇ ਕਿ ਜਦੋਂ ਤੁਸੀਂ ਉਹਨਾਂ ਨੂੰ ਸੁਣੋਗੇ ਤਾਂ ਤੁਹਾਨੂੰ ਕੀ ਲੱਗੇਗਾ ਕਿ ਇਹਨਾਂ ਦੀ ਗੱਲ ਸਾਨੂੰ ਸਮਝ ਆ ਰਹੀ ਹੈ। ਦੇ ਕੈਨ ਬੀ ਅੰਡਰਸਟੂਡ ਐਂਡ accepted as a person of good social standing। ਔਰ ਜਦੋਂ ਉਹ ਬੋਲਦੇ ਹੈ ਤਾਂ ਤੁਹਾਨੂੰ ਕੀ ਪਤਾ ਲੱਗਦਾ ਵੀ ਇਹਨਾਂ ਦਾ ਕੋਈ ਸਮਾਜ ਦੇ ਵਿੱਚ ਰੁਤਬਾ ਹੈ, ਵੀ ਪੜ੍ਹੇ ਲਿਖੇ ਵਿਅਕਤੀ ਹੈਗੇ ਹੈ। ਸੋ ਕਹਿੰਦਾ ਕਿ I wish I could offer you your choice among them as a model, but for the moment I am afraid you must put up with me, an Irishman। ਸੋ ਕੀ ਕਹਿੰਦਾ ਕਿ ਮੇਰਾ ਮਨ ਤਾਂ ਕਰਦਾ ਕਿ ਮੈਂ ਤੁਹਾਨੂੰ ਉਹਨਾਂ ਸਭ ਨੂੰ ਸੁਣਾਵਾਂ ਅਤੇ ਤੁਹਾਨੂੰ ਕਹਾਂ ਵੀ ਇਹਨਾਂ ਤੋਂ ਸਿੱਖੋ। ਕਹਿੰਦਾ ਪਰ ਮੈਂ ਇੱਥੇ ਹੁਣ ਮੈਂ ਹੀ ਬੋਲਦਾ ਪਿਆ, ਅਤੇ ਮੈਂ ਕੌਣ ਹੈਗਾ? ਮੈਂ ਆਇਰਲੈਂਡ ਨੂੰ ਬਿਲੋਂਗ ਕਰਦਾ, ਆਈ ਐਮ ਐਨ ਆਇਰਿਸ਼ ਮੈਨ। ਸੋ ਆਪਾਂ ਆਇਰਲੈਂਡ ਦੀ ਵੀ ਆਪਾਂ ਫੋਟੋ ਦੇਖੀ ਹੋਈ ਹੈ, ਬਿਲਕੁਲ ਇੰਗਲੈਂਡ ਦੇ ਨਾਲ ਵਾਲਾ ਮੁਲਕ ਹੈਗਾ ਆਇਰਲੈਂਡ। ਸੋ ਹੁਣ ਅੱਗੇ ਦੇਖੋ ਨੈਕਸਟ ਪੈਰਾ। ਸੋ ਆਈ ਹੋਪ ਨਾਓ ਦਿਸ ਮਚ ਇਜ਼ ਕਲੀਅਰ। ਕੀ ਉਹਨੇ ਕਿਹਾ ਇਹਦੇ ਵਿੱਚ ਕੀ ਪ੍ਰੂਵ ਕਰਨ ਦੀ ਕੋਸ਼ਿਸ਼ ਕੀਤੀ ਹੈ? ਦੈਟ ਕੋਈ ਵੀ ਇਹ ਨਹੀਂ ਕਹਿ ਸਕਦਾ ਦੈਟ ਆਈ ਸਪੀਕ ਕਰੈਕਟ ਇੰਗਲਿਸ਼, ਕਿਉਂਕਿ ਲਹਿਜਾ ਮਾੜਾ ਮੋਟਾ ਆ ਜਾਂਦਾ ਹੈ, ਸਾਰੇ ਅਲੱਗ-ਅਲੱਗ ਤਰ੍ਹਾਂ ਦੇ ਨਾਲ ਬੋਲਦੇ ਹੀ ਹੈ। ਸਿਰਫ ਤੁਸੀਂ ਕੀ ਦਾਅਵਾ ਕਰ ਸਕਦੇ ਹੋ ਕਿ ਆਈ ਸਪੀਕ ਗੁੱਡ ਇੰਗਲਿਸ਼, ਕਿ ਜਦੋਂ ਕੋਈ ਮੈਨੂੰ ਸੁਣਦਾ ਹੈ ਤਾਂ ਉਹ ਕੀ ਕਹਿੰਦਾ ਕਿ ਇਹ ਪੜ੍ਹਿਆ ਲਿਖਿਆ ਵਿਅਕਤੀ ਹੈ,
ਇਹਦਾ ਸਮਾਜ ਵਿੱਚ ਚੰਗਾ ਰੁਤਬਾ ਹੈਗਾ। ਸੋ ਆਪਾਂ ਵੀ ਕੈਨ ਓਨਲੀ ਏਮ ਟੂ ਲਰਨ ਗੁੱਡ ਇੰਗਲਿਸ਼, ਬਟ ਵੀ ਕੈਨ ਨਾਟ ਲਰਨ ਕਰੈਕਟ ਇੰਗਲਿਸ਼, ਬਿਕੋਜ਼ ਫॉर ਲਰਨਿੰਗ ਕਰੈਕਟ ਇੰਗਲਿਸ਼ ਵੀ ਨੀਡ ਅ ਮॉडल। ਐਂਡ मॉडल ਤੁਹਾਨੂੰ ਲੱਭਣਾ ਨਹੀਂ ਹੈ, ਕੋਈ ਇੱਦਾਂ ਦਾ ਵਿਅਕਤੀ ਲੱਭਣਾ ਨਹੀਂ ਹੈ ਜਿਹੜਾ ਕਿ ਆਪਾਂ ਕੀ ਕਹੀਏ ਵੀ ਬਿਲਕੁਲ ਕਰੈਕਟ ਇੰਗਲਿਸ਼ ਬੋਲਦਾ। ਸੋ ਆਈ ਹੋਪ ਇੰਨਾ ਤੁਹਾਨੂੰ ਸਮਝ ਆ ਗਿਆ। ਹੁਣ ਅੱਗੇ ਦੇਖੋ, I have said enough to you about the fact, ਅਗਲਾ ਪੈਰਾ ਦੇਖੋ ਹੁਣ, I have said enough to you about the fact that no two native speakers of English speak it alike. Alike means in the same way. ਹੁਣ ਇਹ ਜਿਹੜਾ ਆਪਾਂ ਪੈਰਾ ਕਰ ਰਹੇ ਹਾਂ ਸਿਰਫ 2 ਲਾਈਨਾਂ ਦਾ, ਦੇਖੋ ਇਹਨੂੰ ਧਿਆਨ ਨਾਲ। ਸੋ ਕਹਿੰਦਾ ਮੈਂ ਹੁਣ ਤੁਹਾਨੂੰ ਕਾਫੀ ਕੁਛ ਇਹਦੇ ਬਾਰੇ ਦੱਸਿਆ ਹੈ ਕਿ that no two native speakers of English speak it alike, ਕਿ ਕਦੀ ਵੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਈਵਨ ਕਹਿੰਦਾ ਜਿਹੜੇ ਅੰਗਰੇਜ਼ ਹੈ ਉਹ ਵੀ ਇੱਕੋ ਜਿਹਾ ਉਹਨਾਂ ਦਾ ਉਚਾਰਨ ਨਹੀਂ ਹੈ, ਸਭ ਦਾ ਆਪਣਾ ਆਪਣਾ ਹੈ, ਅਲੱਗ ਅਲੱਗ ਹੈ। ਬਟ ਪਰਹੈਪਸ ਯੂ ਆਰ ਕਲੈਵਰ ਇਨਫ ਟੂ ਆਸਕ ਮੀ ਵੈਦਰ ਆਈ ਮਾਈਸੈਲਫ ਸਪੀਕ ਇਟ ਇਨ ਦ ਸੇਮ ਵੇ। ਸੋ ਫਿਰ ਉਹ ਕੀ ਕਹਿੰਦਾ ਕਿ ਸ਼ਾਇਦ ਤੁਹਾਡੇ 'ਚੋਂ ਕੋਈ ਇੰਨਾ ਕੁ ਸ਼ਾਰਪ ਹੋਵੇ, ਇੰਨਾ ਕੁ ਇੰਟੈਲੀਜੈਂਟ ਹੋਵੇ ਕਿ ਉਹ ਮੈਨੂੰ ਪਲਟ ਕੇ ਪੁੱਛ ਲਵੇ ਕਿ ਕੀ ਤੁਸੀਂ ਸਹੀ ਬੋਲਦੇ ਹੋ। ਕਲੀਅਰ ਕਿ ਤੁਸੀਂ ਹੋ ਸਕਦਾ ਮੈਨੂੰ ਪੁੱਛੋ ਵੀ ਕੀ ਤੁਸੀਂ ਕਰੈਕਟ ਇੰਗਲਿਸ਼ ਬੋਲਦੇ ਹੋ। ਹੁਣ ਫੋਰ ਐਗਜ਼ਾਮਪਲ ਜਿਸ ਤਰ੍ਹਾਂ ਮੈਂ ਤੁਹਾਨੂੰ ਬਾਰ-ਬਾਰ ਕਹੀ ਜਾਵਾਂ ਕਿ ਯੂ ਮਸਟ ਲਰਨ ਕਰੈਕਟ ਇੰਗਲਿਸ਼, ਕਲੀਅਰ। ਫਿਰ ਤੁਸੀਂ ਮੈਨੂੰ ਪੁੱਛੋਗੇ ਕਿ ਮੈਡਮ ਤੁਸੀਂ ਖੁਦ ਕਰੈਕਟ ਬੋਲਦੇ ਹੋ। ਇਹੀ ਉਹ ਗੱਲ ਕਰ ਰਿਹਾ ਕਿ ਕੀ ਮੈਂ ਆਪਣੇ ਆਪ ਨੂੰ ਹੁਣ ਮੈਂ ਕਹਿ ਸਕਦਾ ਕਿ ਮੈਂ ਕਰੈਕਟ ਇੰਗਲਿਸ਼ ਬੋਲਦਾ। ਨੈਕਸਟ ਪੈਰਾ ਦੇਖੋ ਹੁਣ ਜਿਹੜਾ ਲਾਸਟ ਹੈਗਾ, ਆਈ ਮਸਟ ਕਨਫੈਸ ਐਟ ਵੰਸ ਦੈਟ ਆਈ ਡੂ ਨਾਟ। ਸੋ ਕਹਿੰਦਾ ਮੈਂ ਇੱਕਦਮ ਪਹਿਲਾਂ ਹੀ ਤੁਹਾਨੂੰ ਦੱਸ ਦਿੰਦਾ ਵੀ ਮੈਂ ਕਦੀ ਨਹੀਂ ਇਹ ਦਾਅਵਾ ਕਰ ਸਕਦਾ ਕਿ ਆਈ ਸਪੀਕ ਕਰੈਕਟ ਇੰਗਲਿਸ਼। ਕੀ ਮੈਂ ਦਾਅਵਾ ਕਰ ਸਕਦਾ ਦੈਟ ਆਈ ਸਪੀਕ ਗੁੱਡ ਇੰਗਲਿਸ਼। ਹੁਣ ਇਹਨੂੰ ਆਈ ਹੋਪ ਨਾਓ ਦਿਸ ਡਿਫਰੈਂਸ ਇਜ਼ ਕਲੀਅਰ ਟੂ ਯੂ। ਸੋ ਕਰੈਕਟ ਕਿਹੜੀ ਹੈਗੀ, ਜਿਹੜੀ ਕਿ ਹਰ ਤਰ੍ਹਾਂ ਨਾਲ ਸਹੀ ਹੈਗੀ ਹੈ, ਉਚਾਰਨ ਬਿਲਕੁਲ ਸਹੀ। ਉਹ ਕਹਿੰਦਾ ਉਹ ਕਿਸੇ ਦਾ ਹੋ ਹੀ ਨਹੀਂ ਸਕਦਾ, ਕਿਉਂਕਿ ਹਰ ਇੱਕ ਦੇ ਵਿੱਚ ਪ੍ਰਭਾਵ ਆ ਜਾਂਦਾ ਉਹਦੇ ਖੇਤਰ ਦਾ। ਆਈ ਮਸਟ ਕਨਫੈਸ ਐਟ ਵੰਸ ਦੈਟ ਆਈ ਡੂ ਨਾਟ। ਕਹਿੰਦਾ ਜੇ ਮੈਨੂੰ ਪੁੱਛੋਗੇ ਦੈਟ ਡੂ ਯੂ ਸਪੀਕ ਕਰੈਕਟ ਇੰਗਲਿਸ਼, ਕਹਿੰਦਾ ਮੈਂ ਪਹਿਲਾਂ ਹੀ ਕਹਿ ਰਿਹਾ ਵੀ ਆਈ ਡੂ ਨਾਟ, ਨੋਬਡੀ ਡਜ਼। ਸੋ ਉਹਦੇ ਮੁਤਾਬਿਕ ਤਾਂ ਕੋਈ ਇੱਦਾਂ ਦਾ ਵਿਅਕਤੀ ਦਾਅਵਾ ਕਰ ਹੀ ਨਹੀਂ ਸਕਦਾ ਕਿ ਮੈਂ ਬਿਲਕੁਲ ਹੀ ਕਰੈਕਟ ਇੰਗਲਿਸ਼ ਬੋਲ ਰਿਹਾ। I am at present speaking to an audience of many thousands of gramophonists. So I'll continue with this in my next lecture. I hope you have understood this.